ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸਵਰਨ ਸਿੰਘ ਟੈਣਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਆ। ਕੱਲ੍ਹ ਪੰਜਾਬ ਦੇ ਵਿੱਚ ਕਾਫੀ ਗਰਮੀ ਸੀ। 32 ਡਿਗਰੀ ਦੇ ਕਰੀਬ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤਾਪਮਾਨ ਦਰਜ ਕੀਤਾ ਗਿਆ, ਘੱਟ ਤੋਂ ਘੱਟ 15 ਤੋਂ 16 ਡਿਗਰੀ ਤੱਕ। ਦੂਜੀ ਵੱਡੀ ਗੱਲ ਇਹ ਹੈ ਕਿ ਲੰਘੇ ਕੱਲ੍ਹ 26 ਤਰੀਕ ਨੂੰ ਇਹ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ, ਇਹਨੂੰ 120 ਦਿਨ ਪੂਰੇ ਹੋ ਗਏ, 4 ਮਹੀਨੇ ਪੂਰੇ ਹੋ ਗਏ। ਇਹ ਗੱਲ ਵੱਖਰੀ ਆ ਵੀ ਕੇਂਦਰ ਦੀ ਸਰਕਾਰ ਮੁੱਕਰੀ ਪਈ ਆ, ਕੇਂਦਰ ਦੀ ਸਰਕਾਰ ਸਮਾਂ ਨਹੀਂ ਦੇ ਰਹੀ, ਅਗਲੀ ਮੀਟਿੰਗ ਵਾਸਤੇ ਕੁਝ ਸੋਚਦੀ ਨਹੀਂ, ਪਰ ਕਿਸਾਨ ਡਟੇ ਹੋਏ ਆ। ਬਹੁਤ ਸਾਰੇ ਕਿਸਾਨਾਂ ਦੇ ਉੱਤੇ ਸਾਨੂੰ ਮਾਣ ਹੁੰਦਾ, ਵੈਸੇ ਤਾਂ ਕੁੱਲ ਕਿਸਾਨੀ ਦੇ ਉੱਤੇ ਮਾਣ ਹੁੰਦਾ, ਪਰ ਜਿਹੜੇ ਕਿਸਾਨ ਇਸ ਵਕਤ ਸਿਰੜ ਦਾ ਪੱਲਾ ਫੜੀ ਬੈਠੇ ਆ, ਜਿਹੜੇ 1% ਵੀ ਨਾ ਪੱਖੀ ਵਿਚਾਰ ਆਪਣੇ ਮਨ ਦੇ ਵਿੱਚ ਆਉਣ ਨਹੀਂ ਦਿੰਦੇ, ਉਹਨਾਂ ਦੇ ਬਾਬਤ ਤਾਂ ਸ਼ਬਦ ਹੀ ਬੋਣੇ ਪੈ ਜਾਂਦੇ ਆ ਵੀ ਇਹਨਾਂ ਦੇ ਬਾਰੇ ਕੀ ਕਹੀਏ ਤੇ ਕੀ ਨਾ ਕਹੀਏ। ਸਿਰ ਉਹਨਾਂ ਦੇ ਕਦਮਾਂ ਦੇ ਵਿੱਚ ਝੁਕ ਜਾਂਦਾ ਵੀ ਉਹ ਇੰਨੇ ਸਿਰੜੀ ਇਨਸਾਨ ਆ ਤੇ ਇਹ ਕਿਸਾਨ ਹੀ ਹੋ ਸਕਦੇ ਆ, ਹੋਰ ਕੋਈ ਹੋ ਵੀ ਨਹੀਂ ਸਕਦਾ। ਉਸ ਤੋਂ ਅਗਲੀ ਗੱਲ ਇਹ ਆ ਕਿ ਲੰਘੇ ਕੱਲ੍ਹ ਭਾਰਤ ਦੇ ਵਿੱਚ ਬੰਦ ਰੱਖਿਆ ਗਿਆ, ਪੂਰਾ ਭਾਰਤ ਬੰਦ ਸੀ, ਖਾਸ ਕਰਕੇ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਤੇ ਕੁਝ ਕੁ ਹੋਰ ਸੂਬੇ। ਜਿਹੜੇ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ, ਉੱਥੇ ਬੰਦ ਦੀ ਛੋਟ ਸੀ, ਉੱਥੇ ਬੰਦ ਦਾ ਐਲਾਨ ਨਹੀਂ ਸੀ ਕੀਤਾ ਗਿਆ ਤੇ ਪੰਜਾਬ ਦੇ ਵਿੱਚ ਬੇਹੱਦ ਜ਼ਬਰਦਸਤ ਹੁੰਗਾਰਾ ਮਿਲਿਆ। ਬੰਦ ਨੂੰ ਇੰਨਾ ਕੁ ਵੱਡਾ ਸੱਦਾ ਮਿਲਿਆ, ਬੰਦ ਨੂੰ ਇੰਨਾ ਕੁ ਵੱਡਾ ਹੁੰਗਾਰਾ ਮਿਲਿਆ ਵੀ ਕਿਸੇ ਵੀ ਸੜਕ ਦੇ ਉੱਤੇ ਇੱਕ ਸਕੂਟਰ, ਮੋਟਰਸਾਈਕਲ ਵੀ ਨਹੀਂ ਦਿਸਦਾ ਸੀ, ਕੋਈ ਦੁਕਾਨ ਨਹੀਂ ਸੀ ਖੁੱਲ੍ਹੀ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜੋ ਗੱਲ ਕਹੀ ਗਈ ਸੀ ਕਿ ਮੈਡੀਕਲ ਸ਼ਾਪਸ ਖੁੱਲ੍ਹ ਸਕਦੀਆਂ, ਹਸਪਤਾਲ ਖੁੱਲ੍ਹੇ ਰਹਿਣਗੇ, ਪੈਟਰੋਲ ਪੰਪ ਖੁੱਲ੍ਹੇ ਰਹਿਣਗੇ ਤੇ ਕਰਿਆਨੇ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਸਿਰਫ ਇਹੀ 4-5 ਦੁਕਾਨਾਂ, ਇਹ ਅਦਾਰੇ ਖੁੱਲ੍ਹੇ ਰਹੇ ਆ, ਬਾਕੀ ਸਭ ਕੁਝ ਬੰਦ ਸੀਗਾ। ਇਸ ਤੋਂ ਇਲਾਵਾ ਐਂਬੂਲੈਂਸਾਂ ਨੂੰ ਰਾਹ ਮਿਲਦਾ ਸੀ, ਹੋਰ ਕਿਸੇ ਨੂੰ ਵੀ ਨਹੀਂ ਸੀ ਮੌਕਾ ਮਿਲਦਾ। ਤੇ ਜਿਹੜੀ ਅਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਆ, ਉਹਨਾਂ ਨੂੰ ਜਾਣ ਦੀ ਆਗਿਆ ਸੀ, ਟਰਾਲੀਆਂ ਲਗਾਉਣ ਦੀ ਆਗਿਆ ਸੀ। ਤੇ ਬਾਕੀ ਜਿੰਨਾ ਜ਼ਬਰਦਸਤ ਤਰੀਕੇ ਦੇ ਨਾਲ ਇਹ ਬੰਦ ਰਿਹਾ, ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ, ਉਹਦੇ ਤੋਂ ਬਾਅਦ ਕਹਿੰਦੇ ਆ ਵੀ ਮੋਦੀ ਸਰਕਾਰ ਤੱਕ ਤਾਰਾਂ ਖੜਕੀਆਂ। 4 ਘੰਟੇ ਦੇ ਲਈ ਕੁਝ ਦਿਨ ਪਹਿਲਾਂ ਆਪਾਂ ਜਾਣਦੇ ਹਾਂ ਕਿ ਬੰਦ ਰੱਖਿਆ ਗਿਆ ਸੀਗਾ 12 ਤੋਂ ਲੈ ਕੇ 4 ਵਜੇ ਤੱਕ, ਪਰ ਹੁਣ 12 ਘੰਟੇ ਵਾਸਤੇ ਬੰਦ ਰੱਖਿਆ ਗਿਆ ਤੇ ਮੋਦੀ ਸਰਕਾਰ ਤੱਕ ਤਾਰਾਂ ਇਸ ਕਰਕੇ ਖੜਕੀਆਂ ਕਿਉਂਕਿ ਟ੍ਰੇਡ ਯੂਨੀਅਨਾਂ ਦੇ ਵੱਲੋਂ ਵੀ ਕਿਸਾਨਾਂ ਦਾ ਬਹੁਤ ਵੱਡੇ ਪੱਧਰ ਤੇ ਸਾਥ ਦਿੱਤਾ ਗਿਆ। ਇਸ ਮੌਕੇ ਦੁਕਾਨਦਾਰ ਤੇ ਆੜ੍ਹਤੀਏ ਵੀ ਨਾਲ ਆ ਗਏ ਆ, ਵਪਾਰ ਵਰਗ ਆ ਜਿਹੜਾ ਉਹ ਵੀ ਨਾਲ ਆ ਗਿਆ। ਸੋ ਆਉਂਦੇ ਸਮੇਂ ਦੇ ਵਿੱਚ ਇਹ ਕਾਫਲਾ ਹੋਰ ਵੱਡਾ ਹੋ ਰਿਹਾ, ਜਿਹਦੇ ਕਰਕੇ ਮੋਦੀ ਸਰਕਾਰ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਰਿਹਾ। ਉੱਤੋਂ ਇੱਕ ਨਵੀਂ ਗੱਲ ਆ ਗਈ ਹੈ ਕਿਉਂਕਿ ਯੂਪੀ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਚੋਣ ਕਮਿਸ਼ਨ ਦੇ ਵੱਲੋਂ। 15 ਅਪ੍ਰੈਲ ਨੂੰ ਪਹਿਲੇ ਪੜਾਅ ਦੀਆਂ ਵੋਟਾਂ ਪੈਣਗੀਆਂ, 4 ਪੜਾਵਾਂ ਦੇ ਵਿੱਚ ਉੱਥੇ ਵੋਟਾਂ ਪੈਣੀਆਂ ਤੇ 2 ਮਈ ਨੂੰ ਪੰਚਾਇਤੀ ਚੋਣਾਂ ਦੇ ਉੱਥੇ ਨਤੀਜੇ ਆਉਣਗੇ, ਜਿਹਦੇ ਕਰਕੇ ਬੀਜੇਪੀ ਦੇ ਲਈ ਮੁਸ਼ਕਲ ਡਗਰ ਬਣੀ ਪਈ ਹੈ। ਉਹਦਾ ਕਾਰਨ ਇਹ ਆ ਵੀ ਜਿਵੇਂ ਹਰਿਆਣੇ ਦੇ ਵਿੱਚ, ਪੰਜਾਬ ਦੇ ਵਿੱਚ ਬੀਜੇਪੀ ਦੇ ਨੇਤਾਵਾਂ ਦਾ ਵਿਰੋਧ ਹੋ ਰਿਹਾ, ਉੱਥੋਂ ਦੇ ਕਿਸਾਨ ਆ ਜਿਹੜੇ ਯੂਪੀ ਦੇ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਯੋਗੀ ਆਦਿੱਤਿਆਨਾਥ ਦੀ ਸਰਕਾਰ ਦਾ ਵਿਰੋਧ ਕਰ ਰਹੇ ਆ ਕਿਉਂਕਿ ਉਹ ਵੀ ਇਸ ਵਕਤ ਤਪੇ ਹੋਏ ਆ ਬੀਜੇਪੀ ਤੋਂ। ਤੇ ਬੀਜੇਪੀ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਵੀ ਪੇਂਡੂ ਖੇਤਰ ਦੀਆਂ ਪੰਚਾਇਤੀ ਇਹ ਚੋਣਾਂ ਹੈਗੀਆਂ ਤੇ ਪਿੰਡਾਂ ਦੇ ਵਿੱਚ ਬੀਜੇਪੀ ਦਾ ਵਿਰੋਧ ਬਹੁਤ ਆ ਤੇ ਕਿਤੇ ਇਹ ਨਾ ਹੋਵੇ ਸਾਡਾ ਧੋਬੀ ਪਟਕਾ ਲੱਗ ਜੇ। ਇਸ ਕਰਕੇ ਉੱਥੇ ਹੁਣ ਗਿਣਤੀਆਂ ਮਿਣਤੀਆਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਖੁਸ਼ ਕਰਨ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕੀਤਾ ਜਾ ਚੁੱਕਿਆ। ਸੋ ਆਉਂਦੇ ਸਮੇਂ ਦੇ ਵਿੱਚ ਬੀਜੇਪੀ ਦੀ ਸਮੱਸਿਆ ਦੇ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ। ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਵੀ ਅੱਜ ਯਾਨੀ ਕਿ 27 ਤਰੀਕ ਨੂੰ ਪੱਛਮੀ ਬੰਗਾਲ ਦੇ ਵਿੱਚ ਪਹਿਲੇ ਪੜਾਅ ਦੀਆਂ ਚੋਣਾਂ ਹੋਣ ਲੱਗੀਆਂ। ਪਹਿਲੇ ਪੜਾਅ ਦੇ ਵਿੱਚ 30 ਸੀਟਾਂ ਦੇ ਲਈ ਵੋਟਾਂ ਪੈਣੀਆਂ ਤੇ ਅੱਜ ਅਸਾਮ ਦੇ ਵਿੱਚ ਵੀ ਵੋਟਾਂ ਪੈਣੀਆਂ, ਉਹ 47 ਸੀਟਾਂ ਦੇ ਲਈ ਪਹਿਲੇ ਪੜਾਅ ਦੀਆਂ ਵੋਟਾਂ। ਤੇ ਇਹਦੇ ਮੱਦੇ ਨਜ਼ਰ ਵੀ ਬੀਜੇਪੀ ਨੂੰ ਕਾਫੀ ਕੰਬਣੀ ਛਿੜੀ ਹੋਈ ਹੈ ਕਿਉਂਕਿ ਸਰਵੇਖਣ ਇਹ ਗੱਲ ਕਹਿੰਦੇ ਆ ਵੀ ਜਿਹੜੀਆਂ 30 ਸੀਟਾਂ ਦੇ ਉੱਤੇ ਅੱਜ ਵੋਟਾਂ ਪੈਣੀਆਂ, ਇਹਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੇ ਹੱਥ ਦੇ ਵਿੱਚ ਵੱਡੀ ਕਮਾਨ ਹੈ, ਉਹਦੀ ਪ੍ਰਭਾਵ ਵਾਲੀ, ਉਹਦੀ ਪਾਰਟੀ ਦੇ ਪ੍ਰਭਾਵ ਵਾਲੀਆਂ ਸੀਟਾਂ ਇੱਥੇ ਵੱਧ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿਉਂਕਿ ਲੰਘੇ ਕੱਲ੍ਹ ਕੁੰਡਲੀ ਬਾਰਡਰ ਦੇ ਉੱਤੇ ਪ੍ਰਤਾਪਪੁਰੇ ਪਿੰਡ ਦੇ ਲਾਗੇ ਕਿਸਾਨ ਆਗੂਆਂ ਦੇ ਵਿੱਚ ਤੇ ਪਿੰਡ ਵਾਸੀਆਂ ਦੇ ਵਿੱਚ ਹਿੰਸਕ ਝੜਪਾਂ ਹੋਈਆਂ। ਇਹ ਝੜਪਾਂ ਹੋਣੀਆਂ ਬੜੀ ਮਾੜੀ ਗੱਲ ਹੈ, ਇਹਦਾ ਨਹੀਂ ਸੀ ਹੋਣਾ ਚਾਹੀਦਾ। ਕਾਰਨ ਇਹਦੇ ਬਾਰੇ ਇਹ ਪਤਾ ਲੱਗਾ ਵੀ ਜਿਹੜੇ ਨੌਜਵਾਨ ਕਿਸਾਨ ਆ ਉਹ ਉਸ ਥਾਂ ਦੇ ਉੱਤੇ ਵੀ ਜਾ ਕੇ ਰਾਹ ਜਾਮ ਕਰਦੇ ਸੀਗੇ, ਜਿਹਦੇ ਕਰਕੇ ਪਿੰਡ ਵਾਸੀ ਭੜਕ ਪਏ ਆ। ਦੋਨਾਂ ਦਰਮਿਆਨ ਖੂਨੀ ਝੜਪ ਹੋਈ ਹੈ। ਬਾਅਦ ਦੇ ਵਿੱਚ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਆ ਕੇ ਇਸ ਮਾਮਲੇ ਨੂੰ ਸ਼ਾਂਤ ਕੀਤਾ, ਪਰ ਕੁੱਲ ਬਣਾ ਕੇ ਜਿਹੜਾ ਉਹ ਸਾਰਾ ਬੰਦ ਆ ਜਿਹੜਾ ਉਹ ਸ਼ਾਂਤਮਈ ਤਰੀਕੇ ਨਾਲ ਰਿਹਾ, ਕੁਝ ਇੱਕ ਛਿੱਟ-ਪੁੱਟ ਘਟਨਾਵਾਂ ਨੂੰ ਛੱਡ ਕੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਬਾਅਦ ਵਿੱਚ ਕਰਦਾ ਟਿੱਪਣੀ। ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਕਿਸਾਨਾਂ ਦਾ ਅੰਦੋਲਨ 3 ਖੇਤੀ ਕਾਨੂੰਨਾਂ ਦੇ ਖਿਲਾਫ ਲਗਾਤਾਰ ਜਾਰੀ ਹੈ। ਕਿਸਾਨ ਅੰਦੋਲਨ ਨੂੰ 4 ਮਹੀਨੇ ਪੂਰੇ ਹੋ ਗਏ ਨੇ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਭਾਰਤ ਬੰਦ ਕੀਤਾ ਗਿਆ, ਪਰ ਭਾਰਤ ਬੰਦ ਦੌਰਾਨ ਕੁੰਡਲੀ ਸਰਹੱਦ ਦੇ ਉੱਤੇ ਪ੍ਰੀਤਮਪੁਰਾ
ਪਿੰਡ ਦੇ ਵਾਸੀਆਂ ਤੇ ਨੌਜਵਾਨ ਕਿਸਾਨਾਂ ਦੇ ਵਿੱਚ ਝੜਪ ਹੋ ਗਈ। ਦੋਵੇਂ ਪਾਸਿਆਂ ਤੋਂ ਡੰਡੇ ਤੇ ਪੱਥਰ ਚੱਲੇ ਨੇ। ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਤੇ ਕੁੰਡਲੀ ਥਾਣਾ ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ। ਜ਼ਖਮੀ ਪਿੰਡ ਵਾਸੀ ਕ੍ਰਿਸ਼ਨ ਨੇ ਕਿਹਾ ਕਿ ਇਹ ਸਾਰਾ ਝਗੜਾ ਰਾਹ ਦੇ ਵਿੱਚ ਹੋਇਆ ਤੇ ਕਿਸਾਨਾਂ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਏ। ਚੜੂਨੀ ਨੇ ਕਿਹਾ ਕਿ ਉਹਨਾਂ ਨੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਜਾਮ ਲਾਉਣ ਤੇ ਭਾਰਤ ਬੰਦ ਨੂੰ ਸਫਲ ਬਣਾਉਣ। ਜ਼ਰੂਰੀ ਸੇਵਾਵਾਂ ਦੇ ਵਿੱਚ ਵਰਤੇ ਵਾਹਨ ਨਾ ਰੋਕੇ ਜਾਣ ਤੇ ਸਥਾਨਕ ਲੋਕਾਂ ਦਾ ਰਸਤਾ ਨਾ ਰੋਕਣ ਤਾਂ ਜੋ ਤਣਾਅਪੂਰਨ ਸਥਿਤੀ ਨਾ ਬਣੇ। ਕੁੰਡਲੀ ਥਾਣਾ ਇੰਚਾਰਜ ਨੇ ਦੱਸਿਆ ਕਿ ਭਾਰਤ ਬੰਦ ਕਾਰਨ ਕਿਸਾਨਾਂ ਨੇ ਪਿੰਡ ਪ੍ਰੀਤਮਪੁਰਾ ਨੇੜੇ ਸੜਕ ਜਾਮ ਕਰ ਦਿੱਤੀ। ਉੱਥੇ ਹੀ ਪਿੰਡ ਦੇ ਲੋਕ ਵੀ ਆਉਣ ਜਾਣ ਤੋਂ ਚਿੰਤਤ ਸਨ, ਇਸ ਲਈ ਆਪਸ ਦੇ ਵਿੱਚ ਝਗੜਾ ਹੋ ਗਿਆ। ਕਿਸਾਨ ਨੇਤਾ ਗੁਰਨਾਮ ਚੜੂਨੀ ਵੀ ਮੌਕੇ ਦੇ ਉੱਤੇ ਪਹੁੰਚੇ ਤੇ ਉਹਨਾਂ ਨੇ ਬੜੀ ਮੁਸ਼ੱਕਤ ਤੋਂ ਬਾਅਦ ਇਸ ਸਾਰੇ ਮਾਮਲੇ ਨੂੰ ਹੱਲ ਕਰਵਾਇਆ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦਾ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਸ ਤਰੀਕੇ ਦੇ ਨਾਲ ਛਿੱਟ-ਪੁੱਟ ਘਟਨਾਵਾਂ ਵਾਪਰੀਆਂ ਇਹਨਾਂ ਨੂੰ ਅਸੀਂ ਕੋਈ ਬਹੁਤੀਆਂ ਵੱਡੀਆਂ ਤਾਂ ਨਹੀਂ ਕਹਿ ਸਕਦੇ, ਪਰ ਫਿਰ ਵੀ ਜੇਕਰ ਇਹ ਨਾ ਵਾਪਰਦੀਆਂ ਤਾਂ ਇਸ ਤੋਂ ਵੀ ਚੰਗਾ ਲੱਗਣਾ ਸੀ, ਕਿਉਂਕਿ ਇਹ ਖਬਰ ਨਾ ਹੀ ਸਾਂਝੀ ਕਰਨੀ ਪੈਂਦੀ। ਦੂਜੀ ਮਹੱਤਵਪੂਰਨ ਗੱਲ ਇਹ ਹੈ ਵੀ ਜਿੰਨੇ ਸ਼ਾਂਤਮਈ ਤਰੀਕੇ ਦੇ ਨਾਲ ਇਹ ਸਾਰਾ ਬੰਦ ਦਾ ਪ੍ਰੋਗਰਾਮ ਚੱਲਿਆ, ਇਹਨੂੰ ਸਾਰਿਆਂ ਨੂੰ ਸਲਾਮ ਕਰਨੀ ਬਣਦੀ ਹੈ, ਜਿਹੜੇ ਕਿ ਲੋਕ ਸਵੇਰ ਦੇ ਵੇਲੇ ਤੋਂ ਲੈ ਕੇ ਆਥਣ ਤੱਕ ਵੱਖ-ਵੱਖ ਥਾਵਾਂ ਦੇ ਉੱਤੇ, ਸੜਕਾਂ ਦੇ ਉੱਤੇ, ਰੇਲ ਦੀਆਂ ਪਟੜੀਆਂ ਦੇ ਉੱਤੇ, ਧਰਨਿਆਂ ਦੇ ਉੱਤੇ ਬੈਠੇ ਰਹੇ ਆ। ਭਾਰਤ ਦੀ ਸਰਕਾਰ ਨੂੰ ਇਹ ਜਾਪਦਾ ਸੀਗਾ ਸ਼ੁਰੂ ਦੇ ਵਿੱਚ ਕਿ ਇਹ ਅੰਦੋਲਨ ਇਕੱਲੇ ਪੰਜਾਬ ਦੇ ਕਿਸਾਨਾਂ ਦਾ। ਹੌਲੀ-ਹੌਲੀ ਪੰਜਾਬ ਨੂੰ ਵੇਖ ਕੇ ਜਾਗ ਲੱਗੀ ਹਰਿਆਣੇ ਨੂੰ ਵੇਖ ਕੇ ਜਾਗ ਲੱਗੀ ਯੂਪੀ ਨੂੰ, ਇਹਨਾਂ ਤਿੰਨਾਂ ਸੂਬਿਆਂ ਨੂੰ ਦੇਖ ਕੇ ਜਾਗ ਲੱਗੀ ਰਾਜਸਥਾਨ ਨੂੰ, ਤੇ ਹੁਣ ਭਾਰਤ ਦੇ ਬਾਕੀ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਇਹ ਕਿਸਾਨ ਅੰਦੋਲਨ ਸਿਖਰ ਦੇ ਉੱਤੇ ਹੈਗਾ। ਇਹ ਹੌਲੀ-ਹੌਲੀ ਜਾਗ ਲੱਗਣਾ ਬੀਜੇਪੀ ਨੂੰ ਇੱਕ ਬਹੁਤ ਵੱਡੀ ਚੁਣੌਤੀ, ਬੀਜੇਪੀ ਦੇ ਲਈ ਇੱਕ ਬਹੁਤ ਵੱਡੀ ਮੁਸੀਬਤ ਪੈਦਾ ਕਰਨ ਵਾਲੀ ਗੱਲ ਹੈ। ਪੱਛਮੀ ਬੰਗਾਲ ਦੇ ਵਿੱਚ ਕਿਸਾਨ ਗਏ, ਉਹਨਾਂ ਨੇ ਧੂਆਂਧਾਰ ਪ੍ਰਚਾਰ ਕੀਤਾ ਬੀਜੇਪੀ ਦੇ ਖਿਲਾਫ। ਹਾਲਾਂਕਿ ਕੁਝ ਕੁ ਲੋਕਾਂ ਦਾ ਇਹ ਕਹਿਣਾ ਜੀ ਕਿ ਸਾਨੂੰ ਬੀਜੇਪੀ ਦੇ ਖਿਲਾਫ ਇਹਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ, ਸਾਨੂੰ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ। ਪਰ ਇਸ ਕਰਕੇ ਪ੍ਰਚਾਰ ਕੀਤਾ ਗਿਆ ਕਿਸਾਨ ਆਗੂਆਂ ਦੇ ਵੱਲੋਂ ਜਾ ਕੇ, ਕਿਉਂਕਿ ਬੀਜੇਪੀ ਨੂੰ ਸਿਰਫ ਤੇ ਸਿਰਫ ਵੋਟਾਂ ਦੀ ਭਾਸ਼ਾ ਸਮਝ ਆਉਂਦੀ ਹੈ, ਰਾਜਨੀਤਿਕ ਭਾਸ਼ਾ ਸਮਝ ਆਉਂਦੀ ਹੈ। ਸੋ ਮੰਨਿਆ ਇਹ ਜਾ ਰਿਹਾ ਕਿ ਜੇਕਰ ਪੱਛਮੀ ਬੰਗਾਲ ਦੇ ਵਿੱਚ ਬੀਜੇਪੀ ਨੂੰ ਸੱਟ ਵੱਜਦੀ ਹੈ ਤਾਂ ਸ਼ਾਇਦ ਉਹਨਾਂ ਨੂੰ ਇਹ ਮਹਿਸੂਸ ਹੋਵੇ ਕਿ ਕਿਸਾਨਾਂ ਦੀ ਤਾਕਤ ਵੀ ਹੈਗੀ ਹੈ, ਸ਼ਾਇਦ ਉਹ ਮਹਿਸੂਸ ਕਰਨ ਕਿ ਕਿਸਾਨਾਂ ਦੀ ਮੰਗ ਸਾਨੂੰ ਮੰਨ ਲੈਣੀ ਚਾਹੀਦੀ ਹੈ। ਚਲੋ ਇਹ ਵਕਤ ਦੱਸੂਗਾ ਕਿ ਆਉਂਦੇ ਸਮੇਂ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ, ਪਰ ਇਸ ਵਕਤ ਕਿਸਾਨਾਂ ਦੇ ਵੱਲੋਂ ਜਿੰਨੇ ਸਿਰੜ ਦੇ ਨਾਲ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਵੇਂ ਉਹਨੂੰ ਕਾਮਯਾਬ ਕੀਤਾ ਗਿਆ, ਇਹਨੂੰ ਆਪਾਂ ਛੋਟੀ ਪ੍ਰਾਪਤੀ ਨਹੀਂ ਕਹਿ ਸਕਦੇ, ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਅੰਦਰ ਖਾਤੇ ਸੂਚਨਾਵਾਂ ਇਹ ਵੀ ਪ੍ਰਾਪਤ ਹੋ ਰਹੀਆਂ ਕਿ ਬੀਜੇਪੀ ਦੇ ਕਈ ਨੇਤਾ ਹੁਣ ਆਪਸ ਦੇ ਵਿੱਚ ਇਹ ਵਿਚਾਰਾ ਕਰ ਰਹੇ ਆ ਕਿ ਜੇਕਰ ਕੇਂਦਰ ਦੀ ਸਰਕਾਰ ਆ ਜਿਹੜੀ ਉਹ ਇਸ ਵਕਤ ਕਿਸਾਨਾਂ ਦੇ ਨਾਲ ਇੱਕ ਮੀਟਿੰਗ ਹੋਰ ਕਰ ਲੈਂਦੀ ਆ, ਕੀ ਪਤਾ ਮਸਲੇ ਦਾ ਹੱਲ ਨਿਕਲ ਜਾਵੇ। ਇਸ ਤੋਂ ਪਹਿਲਾਂ ਕਦੇ ਚੌਧਰੀ ਬਰਿੰਦਰ ਦੇ ਨਾਂ ਦੇ ਉੱਤੇ, ਕਦੇ ਸੁਬਰਾਮਨੀਅਮ ਸਵਾਮੀ ਦੇ ਰੂਪ ਦੇ ਵਿੱਚ, ਕਦੇ ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਦੇ ਰੂਪ ਦੇ ਵਿੱਚ ਇਹ ਖਬਰਾਂ ਆਉਂਦੀਆਂ ਰਹੀਆਂ ਕਿ ਉਹਨਾਂ ਨੇ ਕੇਂਦਰ ਦੀ ਸਰਕਾਰ ਨੂੰ ਗਲਤ ਆਖਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਆਪਣੀ ਥਾਂ ਦੇ ਉੱਤੇ ਸਹੀ ਹੈ ਤੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹਿਣਾ ਚਾਹੀਦਾ, ਇਹ ਬੰਦ ਨਹੀਂ ਕਰਨਾ ਚਾਹੀਦਾ। ਪੰਜਾਬ ਦੇ ਬੀਜੇਪੀ ਦੇ ਨੇਤਾ ਹੈਗੇ ਸੁਰਜੀਤ ਕੁਮਾਰ ਜਾਣੀ ਹੋਰੀ ਗਏ ਬਠਿੰਡੇ ਦੇ ਵਿੱਚ, ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧ ਹੋਇਆ, ਉਹਨਾਂ ਨੂੰ ਪਿਛਲੇ ਦਰਵਾਜ਼ੇ ਥਾਣੀ ਬਾਹਰ ਕੱਢਿਆ ਗਿਆ। ਪਰ ਹੁਣ ਜਾਣੀ ਹੋਰੀ ਫੇਰ ਇਹ ਗੱਲ ਕਹੀ ਜਾਂਦੀ ਹੈ ਕਿ ਕਾਨੂੰਨ ਬਿਲਕੁਲ ਸਹੀ ਹਨ, ਕਿਸਾਨ ਦੀ ਆਮਦਨ ਦੁੱਗਣੀ ਕਰਨ ਵਾਲੇ ਹਨ, ਪ੍ਰਧਾਨ ਮੰਤਰੀ ਸਾਹਿਬ ਨੇ ਬਹੁਤ ਕੁਝ ਸੋਚ ਕੇ ਬਣਾਏ ਹਨ, ਇਹ ਤਾਂ ਜੀ ਕਿਸਾਨ ਗੁੰਮਰਾਹ ਹੋ ਗਏ ਹਨ, ਇਹ ਗਲਤ ਟੇਟੇ ਚੜ੍ਹ ਚੁੱਕੇ ਹਨ। ਸੋ ਇਹਨਾਂ ਗੱਲਾਂ ਦੇ ਕਰਕੇ ਹੀ ਬੀਜੇਪੀ ਦਾ ਪੰਜਾਬ ਦੇ ਵਿੱਚ ਸਿਖਰ ਦੇ ਉੱਤੇ ਵਿਰੋਧ ਹੈਗਾ। ਪਰ ਮੈਂ ਇਸ ਗੱਲ ਦੇ ਉੱਤੇ ਹੈਰਾਨ ਹਾਂ ਵੀ ਇੰਨਾ ਵਿਰੋਧ ਹੋਣ ਦੇ ਬਾਵਜੂਦ ਬੀਜੇਪੀ ਦੇ ਨੇਤਾ ਪੰਜਾਬ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ 2022 ਦੇ ਵਿੱਚ ਅਸੀਂ ਸਾਰੀਆਂ ਸੀਟਾਂ ਜਿੱਤ ਕੇ ਸਰਕਾਰ ਆਪਦੀ ਬਣਾ ਲਾਂਗੇ। ਪਰ ਜਿਹੋ ਜਿਹੇ ਹਾਲਾਤ ਚੱਲ ਰਹੇ ਆ, ਕੀ ਇੱਦਾਂ ਕਿਆਸ ਕਰਨਾ ਚਾਹੀਦਾ ਕਿ ਇੱਦਾਂ ਸਰਕਾਰ ਬਣ ਜੂਗੀ? ਪਹਿਲ ਦੇ ਆਧਾਰ ਦੇ ਉੱਤੇ ਇਹ ਕੰਮ ਕਰਨਾ ਚਾਹੀਦਾ ਕਿ ਕਿਸਾਨ ਸੰਤੁਸ਼ਟ ਕੀਤੇ ਜਾਣ। ਬੀਜੇਪੀ ਦੇ ਨੇਤਾਵਾਂ ਨੂੰ ਕੇਂਦਰ ਤੱਕ ਇਹ ਗੱਲ ਪਹੁੰਚਾਉਣੀ ਚਾਹੀਦੀ ਆ ਹਰ ਰੋਜ਼ ਪਲ ਦੀ ਕਿ ਸਾਡੇ ਲਈ ਮੁਸ਼ਕਲ ਦੀ ਘੜੀ ਬਣੀ ਹੋਈ ਆ, ਘਰ ਦੇ ਵਿੱਚੋਂ ਅਸੀਂ ਬਾਹਰ ਨਹੀਂ ਨਿਕਲ ਸਕਦੇ ਤੇ ਅਸੀਂ ਪਾਰਟੀ ਨੂੰ ਕਿਵੇਂ ਸਰਗਰਮ ਕਰ ਸਕਦੇ, ਅੱਗੇ ਤੋਂ ਅੱਗੇ ਕਿਵੇਂ ਵਧਾ ਸਕਦੇ ਆ। ਪਰ ਪਤਾ ਨਹੀਂ ਉਹਨਾਂ ਨੂੰ ਕੋਈ ਪੁੱਛਦਾ ਨਹੀਂਗਾ, ਜਾਂ ਉਹ ਦੱਸਦੇ ਹੀ ਨਹੀਂ ਗਏ, ਜਾਂ ਉਹਨਾਂ ਨੂੰ ਇਗਨੋਰ ਇਸ ਕਦਰ ਕੀਤਾ ਹੋਇਆ, ਜਾਂ ਕੇਂਦਰ ਦੀ ਸਰਕਾਰ ਨੇ ਪੰਜਾਬ ਨੂੰ ਇਗਨੋਰ ਕੀਤਾ ਵੀ ਚਲੋ ਅਸੀਂ 13 ਸੀਟਾਂ ਵਾਲੇ ਪੰਜਾਬ ਤੋਂ ਕੀ ਲੈਣਾ, ਲੱਗੇ ਤਾਂ ਲੱਗੇ ਰਹਿਣ ਦਿਓ। ਪਰ ਫਿਰ ਵੀ ਕਿਸਾਨ ਜਿਹੜੇ ਡਟੇ ਹੋਏ ਆ, ਸਲਾਮ। ਉਸ ਤੋਂ ਅਗਲੀ ਗੱਲ ਇਹ ਹੈ ਕਿ ਬਠਿੰਡਾ ਖੇਤਰ ਦੇ ਇੱਕ ਕਿਸਾਨ ਹਾਕਮ ਸਿੰਘ ਜਿਹਦੀ ਉਮਰ ਲਗਭਗ 60 ਸਾਲ ਸੀ, ਉਹਦਾ ਟਿੱਕਰੀ ਬਾਰਡਰ ਦੇ ਉੱਤੇ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪਤਾ ਲੱਗਾ ਜੀ ਕਿ ਉਹਨਾਂ ਦੇ ਸਿਰ ਦੇ ਵਿੱਚ ਵੀ ਸੱਟ ਸੀ, ਪਿੰਡੇ ਦੇ ਕਈ ਹਿੱਸਿਆਂ ਦੇ ਉੱਤੇ ਸੱਟਾਂ ਸੀ, ਗਲ ਦੇ ਉੱਤੇ ਵੀ ਸੱਟ ਵੱਜੀ ਹੋਈ ਸੀਗੀ। ਬੱਸ ਅੱਡੇ ਦੇ ਲਾਗੇ ਉਹਨਾਂ ਦੀ ਲਾਸ਼ ਮਿਲੀ ਹੈ। ਪੁਲਿਸ ਦੇ ਵੱਲੋਂ FIR ਦਰਜ ਕੀਤੀ ਗਈ ਹੈ, ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਭੇਤ ਭਰੇ ਹਾਲਾਤ ਦੇ ਵਿੱਚ ਜਿਹੜੀ ਮੌਤ ਹੋਈ ਹੈ ਇਹਦੇ ਬਾਬਤ ਕਈ ਤਰ੍ਹਾਂ ਦੀਆਂ ਸੂਚਨਾਵਾਂ ਪ੍ਰਾਪਤ ਹੋ ਰਹੀਆਂ, ਪਰ ਪਿੰਡ ਵਾਸੀ ਜਿਹੜੇ ਮੌਕੇ ਦੇ ਉੱਤੇ ਪਹੁੰਚ ਗਏ ਆ, ਜਾ ਕੇ ਉਹਨਾਂ ਨੇ ਟਿੱਕਰੀ ਬਾਰਡਰ
ਬਾਰਡਰ ਦੇ ਉੱਤੇ ਸਾਰੀ ਹਾਲ ਚਾਲ ਦੀ ਗੱਲ ਪੇਸ਼ ਕੀਤੀ ਹੈ। ਸੋ ਵਕਤ ਦੱਸੂਗਾ ਇਸ ਮਾਮਲੇ ਦੇ ਵਿੱਚੋਂ ਨਿਕਲ ਕੇ ਕੀ ਸਾਹਮਣੇ ਆਉਂਦਾ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਕਿਸਾਨ ਚੜ੍ਹਦੀ ਕਲਾ ਦੇ ਵਿੱਚ ਰਹਿਣ, ਕੇਂਦਰ ਦੀ ਹਕੂਮਤ ਗੱਲਬਾਤ ਦਾ ਸਿਲਸਿਲਾ ਜਾਰੀ ਰੱਖੇ, ਕਿਉਂਕਿ ਜੇਕਰ ਵਾਰ-ਵਾਰ ਬੀਜੇਪੀ ਦੇ ਮੰਤਰੀ ਇਹ ਗੱਲ ਕਹਿੰਦੇ, ਹੋਰ ਨੇਤਾ ਕਹਿੰਦੇ ਆ ਕਿ ਬਾਤਚੀਤ ਕੇ ਸਾਥ ਹੀ ਮਸਲਾ ਹੱਲ ਹੋ ਸਕਦਾ ਹੈ, ਤੇ ਬਾਤਚੀਤ ਕਰਨ ਨੂੰ ਤਾਂ ਕਿਸਾਨ ਬੈਠੇ ਆ, ਤੇ ਬਾਤਚੀਤ ਤਾਂ ਆਪ ਨਹੀਂ ਕੇਂਦਰ ਦੀ ਸਰਕਾਰ ਕਰਨੀ, ਕਿਸਾਨਾਂ ਦਾ ਕਸੂਰ ਕੀ ਇਹਦੇ ਵਿੱਚ। ਸੋ 4 ਮਹੀਨੇ ਪੂਰੇ ਹੋਣ ਤੋਂ ਬਾਅਦ ਕਿਸਾਨਾਂ ਦੇ ਸਿਰੜ ਦੀ ਜਿਹੜੀ ਆ ਉਹ ਚੜ੍ਹਦੀ ਕਲਾ ਦੇ ਲਈ, ਕਿਸਾਨਾਂ ਦੇ ਸਿਰੜ ਦੀ ਕਾਮਨਾ ਦੇ ਲਈ ਅਸੀਂ ਬਹੁਤ ਕੁਝ ਕਹਿ ਸਕਦੇ ਹਾਂ, ਪਰ ਜਿਸ ਤਰੀਕੇ ਦੇ ਨਾਲ ਭਾਵੁਕਤਾ ਦਾ ਦੌਰ ਆ, ਜਿਸ ਤਰੀਕੇ ਦੇ ਨਾਲ ਕੁੱਲ ਦੁਨੀਆ ਜਿਹੜੀ ਉਹ ਕਿਸਾਨ ਦੇ ਨਾਲ ਖੜੀ ਹੈ, ਪਰ ਕੇਂਦਰ ਦੀ ਸਰਕਾਰ ਨਹੀਂ ਖੜੀ, ਇਹਦੇ ਉੱਤੇ 100 ਕਿਸਮ ਦੇ ਸਵਾਲ ਪੈਦਾ ਹੁੰਦੇ ਵੀ ਸੀ ਤੇ ਹੁੰਦੇ ਵੀ ਰਹਿਣਗੇ। ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਦਰਮਿਆਨ ਸੁਲ੍ਹਾ ਸਫਾਈ ਹੋਈ ਨਹੀਂ ਜਾਪਦੀ। ਪਹਿਲਾਂ ਇਹ ਲੱਗਦਾ ਸੀ ਕਿ ਸਿਸਵਾਂ ਫਾਰਮ ਹਾਊਸ ਦੇ ਵਿੱਚ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਚਾਹ ਦੀਆਂ ਚੁਸਕੀਆਂ ਦੇ ਨਾਲ 50 ਮਿੰਟ ਦੇ ਕਰੀਬ ਮੀਟਿੰਗ ਹੋਈ ਆ। ਲੱਗਦਾ ਇਹ ਸੀ ਕਿ ਮਸਲਾ ਹੱਲ ਹੋ ਗਿਆ, ਲੱਗਦਾ ਇਹ ਸੀ ਕਿ ਤਰੇੜਾਂ ਭਰ ਗਈਆਂ, ਲੱਗਦਾ ਇਹ ਸੀ ਕਿ ਦੂਰੀਆਂ ਮਿਟ ਗਈਆਂ, ਪਰ ਇਹ ਦੂਰੀਆਂ ਮਿਟੀਆਂ ਨਹੀਂ। ਹਾਲ ਦੀ ਘੜੀ ਇਹੀ ਪ੍ਰਤੀਤ ਹੁੰਦਾ ਵੀ ਦੂਰੀਆਂ ਜਿਉਂ ਦੀ ਤਿਉਂ ਆ, ਕਿਉਂਕਿ ਇੱਕ ਟੀਵੀ ਚੈਨਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਗੱਲਬਾਤ ਕੀਤੀ ਆ। ਪਤਾ ਲੱਗਾ ਕਿ ਇੱਕ ਮੁਲਾਕਾਤ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਨਵਜੋਤ ਸਿੰਘ ਸਿੱਧੂ ਦੇ ਪਾਲੇ ਦੇ ਵਿੱਚ ਗੇਂਦ ਆ, ਉਹ ਜੇਕਰ ਚਾਹੁਣ ਤਾਂ ਹਾਈਕਮਾਨ ਨਾਲ ਵੀ ਗੱਲ ਕਰ ਸਕਦੇ ਆ, ਉਹਨਾਂ ਵਾਸਤੇ ਅਹੁਦਾ ਖਾਲੀ ਪਿਆ, ਉਹ ਜਦੋਂ ਚਾਹੁਣ ਵਜ਼ਾਰਤ ਦੇ ਵਿੱਚ ਆ ਸਕਦੇ ਆ, ਉਹਨਾਂ ਨੂੰ ਸਰਕਾਰ ਦੇ ਵਿੱਚ ਸ਼ਾਮਲ ਕੀਤਾ ਜਾਊਗਾ। ਹੁਣ ਉਹਨਾਂ ਨੇ ਜਿਹੜੀ ਗੱਲ ਕਹੀ ਆ ਵੀ ਇੱਕ ਅਹੁਦਾ ਖਾਲੀ ਪਿਆ, ਇਸ ਮਸਲੇ ਦੇ ਉੱਤੇ ਫੇਰ ਨਵੀਂ ਗੱਲ ਛਿੜ ਪਈ ਹੈ, ਕਿਉਂਕਿ ਇਹ ਅਹੁਦਾ ਮੰਨਿਆ ਜਾ ਰਿਹਾ ਕਿ ਉਹੀ ਬਿਜਲੀ ਮਹਿਕਮਾ ਜਿਹੜਾ ਕਿ ਨਵਜੋਤ ਸਿੱਧੂ ਨੇ ਲੈਣ ਤੋਂ ਇਨਕਾਰ ਕਰਤਾ ਸੀ। ਸਥਾਨਕ ਸਰਕਾਰਾਂ ਵਿਭਾਗ ਸੀਗਾ ਸਿੱਧੂ ਦੇ ਕੋਲੇ, ਬਾਅਦ ਦੇ ਵਿੱਚ ਰੱਦੋ ਬਦਲ ਕੀਤਾ ਗਿਆ, ਫਿਰ ਉਹਨਾਂ ਨੂੰ ਕਹਿੰਦੇ ਤੁਸੀਂ ਬਿਜਲੀ ਮਹਿਕਮਾ ਲੈ ਲਓ। ਬਿਜਲੀ ਮਹਿਕਮਾ ਲੈਣ ਵਾਸਤੇ ਨਵਜੋਤ ਸਿੰਘ ਸਿੱਧੂ ਰਾਜ਼ੀ ਨਹੀਂ ਹੋਏ। ਉਸ ਤੋਂ ਬਾਅਦ ਉਹਨਾਂ ਨੇ ਅੱਜ ਤੱਕ ਨਾ ਤਾਂ ਕੋਈ ਬਹੁਤੀ ਦਿਲਚਸਪੀ ਦਿਖਾਈ ਵੱਖ-ਵੱਖ ਮਾਮਲਿਆਂ ਦੇ ਵਿੱਚ, ਤੇ ਨਾ ਹੀ ਉਹ ਆਪਣੇ ਹਲਕੇ ਦੇ ਵਿੱਚੋਂ ਬਾਹਰ ਨਿਕਲੇ, ਤੇ ਉਹ ਪੂਰੇ ਪੰਜਾਬ ਨੂੰ ਭੁੱਲ ਗਏ ਆ। ਪਰ ਉਹ ਸਮੇਂ-ਸਮੇਂ ਦੇ ਉੱਤੇ ਇੱਕ ਸ਼ੇਅਰ ਜ਼ਰੂਰ ਮਾਰਦੇ ਆ, ਕਦੇ ਟਵੀਟ ਦੇ ਉੱਤੇ, ਕਦੇ ਕਿਤੇ ਕਦੇ ਕਿਤੇ। ਜੇ ਤਾਂ ਉਹ ਇਹ ਸ਼ੇਅਰ ਛੱਡਣ ਜਾ ਕੇ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਸੋਫੇ ਦੇ ਉੱਤੇ, ਫਿਰ ਇਹਦਾ ਹੋਰ ਮੁੱਲ ਆ। ਪਰ ਜਦੋਂ ਉਹ ਆਪਣੇ ਟਵਿੱਟਰ ਦੇ ਉੱਤੇ ਆਪਣੇ ਇਰਾਦੇ ਪੇਸ਼ ਕਰਦੇ ਟਵੀਟ ਕਰਕੇ, ਤੇ ਉਦੋਂ ਕਈ ਤਰ੍ਹਾਂ ਦੇ ਹੋਰ ਅਰਥ ਨਿਕਲਦੇ ਆ। ਪਰ ਹੁਣ ਸਿੱਧੂ ਨੇ ਇੱਕ ਨਵਾਂ ਟਵੀਟ ਕਰਤਾ। ਉਹਨਾਂ ਨੇ ਇਹ ਗੱਲ ਕਹੀ ਆ ਵੀ ਅੱਗ ਉੱਥੋਂ ਨਿਕਲਦੀ ਆ ਜਿੱਥੇ ਧੂੰਆਂ ਹੁੰਦਾ, ਤੇ ਉਹਨਾਂ ਨੇ ਕਿਹਾ ਧੂੰਆਂ ਉੱਥੇ ਹੁੰਦਾ ਜਿੱਥੇ ਸਾਡੇ ਨਾਂ ਦੇ ਨਾਲ ਸਾੜਾ ਪੈਦਾ ਹੁੰਦਾ। ਇੱਦਾਂ ਦੇ ਉਹਨਾਂ ਦੀ ਟਵੀਟ ਦੀ ਭਾਵਨਾ ਹੈਗੀ ਆ। ਕੁਝ ਕੁ ਲੋਕ ਕਹਿੰਦੇ ਆ ਵੀ ਉਹਨਾਂ ਨੇ ਕੈਪਟਨ ਨੂੰ ਲਾ ਕੇ ਗੱਲ ਕਹੀ ਹੈ, ਕੁਝ ਕੁ ਲੋਕਾਂ ਦਾ ਕਹਿਣਾ ਵੀ ਸਿੱਧੂ ਨੇ ਸੁੱਤੇ ਸਿੱਧੀ ਇਹ ਗੱਲ ਲਿਖਤੀ ਹੋਣੀ ਹੈ, ਕੁਝ ਕੁ ਲੋਕਾਂ ਦਾ ਇਹ ਕਹਿਣਾ ਕਿ ਸਿੱਧੂ ਕਾਂਗਰਸ ਦੇ ਵਿੱਚ ਫਿੱਟ ਨਹੀਂ ਬਹਿੰਦੇਗੇ, ਕੁਝ ਕੁ ਦਾ ਇਹ ਕਹਿਣਾ ਕਿ ਸਿੱਧੂ ਉਡਾਰੀ ਮਾਰਨ ਵਾਲਾ ਹੀ ਆ। ਹੁਣ ਉਹੀ ਗੱਲਾਂ ਪੁਰਾਣੀਆਂ ਫੇਰ ਸ਼ੁਰੂ ਹੋ ਗਈਆਂ ਵੀ ਸਿੱਧੂ ਕੀ ਕਰਨਗੇ, ਕਿਹੜੇ ਪਾਸੇ ਜਾਣਗੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਬਾਅਦ ਵਿੱਚ ਕਰਾਂਗੇ ਟਿੱਪਣੀ। ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕੈਬਨਿਟ ਦੇ ਵਿੱਚ ਵਾਪਸੀ ਬਾਰੇ ਛਿੜੀ ਚਰਚਾ ਦੌਰਾਨ ਉਹਨਾਂ ਨੇ ਮੁੜ ਵੱਡੀ ਗੱਲ ਕਹੀ ਹੈ। ਮੀਡੀਆ ਰਿਪੋਰਟਾਂ ਦੇ ਵਿੱਚ ਨਵਜੋਤ ਸਿੱਧੂ ਨੂੰ ਅਹੁਦਾ ਦੇਣ ਬਾਰੇ ਚਰਚਾ ਦਾ ਜਵਾਬ ਦਿੰਦਿਆਂ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਕਿਹਾ ਕਿ ਉਹਨਾਂ ਦੀਆਂ ਅਫਵਾਹਾਂ ਦਾ ਧੂੰਆਂ ਉੱਥੋਂ ਹੀ ਉੱਠਦਾ ਹੈ ਜਿੱਥੇ ਸਾਡੇ ਨਾਂ ਦੇ ਨਾਲ ਅੱਗ ਲੱਗ ਜਾਂਦੀ ਹੈ। ਨਵਜੋਤ ਸਿੱਧੂ ਨੇ ਇਸ਼ਾਰਾ ਕਾਂਗਰਸ ਵਿਚਲੇ ਹੀ ਆਪਣੇ ਵਿਰੋਧੀਆਂ ਵੱਲ ਕੀਤਾ। ਦਰਅਸਲ ਮੀਡੀਆ ਰਿਪੋਰਟਾਂ ਦੇ ਮੁਤਾਬਕ ਸਿੱਧੂ ਨੂੰ ਕੈਪਟਨ ਉਹਨਾਂ ਦੇ ਮਨ ਭਾਉਂਦੇ ਅਹੁਦੇ ਦੇਣ ਵਾਸਤੇ ਤਿਆਰ ਨਹੀਂ। ਅਜਿਹੀਆਂ ਰਿਪੋਰਟਾਂ ਕੈਪਟਨ ਦੇ ਇੱਕ ਇੰਟਰਵਿਊ ਨੂੰ ਆਧਾਰ ਬਣਾ ਕੇ ਛਪੀਆਂ ਨੇ। ਇਸ ਮਗਰੋਂ ਸਿੱਧੂ ਦਾ ਪ੍ਰਤੀਕਰਮ ਆਇਆ। ਦੱਸਣਾ ਬਣਦਾ ਕਿ ਸਿੱਧੂ ਆਖਰੀ ਵਾਰ 17 ਮਾਰਚ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਸਿਸਵਾਂ ਫਾਰਮ ਹਾਊਸ ਦੇ ਉੱਤੇ ਮਿਲੇ ਸਨ। ਉਸ ਤੋਂ ਪਹਿਲਾਂ ਵੀ ਉਹ ਇੱਕ ਦਫਾ ਮੁੱਖ ਮੰਤਰੀ ਨੂੰ ਲੰਚ ਦੇ ਉੱਤੇ ਮਿਲ ਚੁੱਕੇ ਨੇ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੁਣ ਇੱਕ ਇੰਟਰਵਿਊ ਦੌਰਾਨ ਸਪਸ਼ਟ ਕਿਹਾ ਕਿ ਸਿੱਧੂ ਨੂੰ ਸਰਕਾਰ ਦੇ ਵਿੱਚ ਆਉਣ ਦੀ ਪੇਸ਼ਕਸ਼ ਕੀਤੀ ਗਈ ਹੈ ਤੇ ਪਹਿਲੇ ਹੀ ਦਿਨ ਤੋਂ ਮਹਿਕਮਾ ਖਾਲੀ ਰੱਖਿਆ ਹੋਇਆ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਫੈਸਲਾ ਸਿੱਧੂ ਨੇ ਕਰਨਾ ਕਿ ਉਹਨੇ ਕਦੋਂ ਵਾਪਸ ਆਉਣਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਨਵਜੋਤ ਸਿੰਘ ਸਿੱਧੂ ਜੇਕਰ ਬਿਜਲੀ ਮਹਿਕਮੇ ਦੇ ਉੱਤੇ ਰਜ਼ਾਮੰਦ ਹੋ ਜਾਂਦਾ ਤਾਂ ਲੋਕਾਂ ਦੇ ਵਿੱਚ ਮੌਜੂ ਉੱਡਣਾ ਕੁਦਰਤੀ ਹੈ, ਕਿਉਂਕਿ ਇਹ ਮਹਿਕਮਾ ਪਹਿਲਾਂ ਵੀ ਮਿਲਦਾ ਸੀ ਤੇ ਫਿਰ ਆਪਾਂ ਇਹਨਾਂ ਰੌਲਾ ਕਿਹੜੀ ਗੱਲੋਂ ਪਾਇਆ। ਭਰੋਸੇਯੋਗ ਸੂਤਰੇ ਗੱਲ ਦੱਸਦੇ, ਪਤਾ ਨਹੀਂ ਇਸ ਗੱਲ ਦੇ ਵਿੱਚ ਕਿੰਨਾ ਕੁ ਦਮ ਹੋ ਸਕਦਾ ਹੈ ਵੀ ਸਿੱਧੂ ਹੋਰਾਂ ਨੇ 3 ਗੱਲਾਂ ਦੀ ਡਿਮਾਂਡ ਕੀਤੀ ਹੈ। ਪਹਿਲੀ ਮੰਗ ਉਹਨਾਂ ਦੀ ਇਹ ਹੈ ਕਿ ਮੈਨੂੰ ਉਪ ਮੁੱਖ ਮੰਤਰੀ ਦੀ ਕੁਰਸੀ ਦਿੱਤੀ ਜਾਵੇ। ਦੂਜੀ ਮੰਗ ਇਹ ਕਹੀ ਜਾ ਰਹੀ ਹੈ ਜੀ ਕਿ ਉਹਨਾਂ ਨੇ ਪ੍ਰਧਾਨਗੀ ਦਾ ਅਹੁਦਾ ਮੰਗਿਆ ਕਿ ਮੈਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇ। ਤੇ ਤੀਜਾ ਇਹ ਹੈ ਕਿ ਬੜੇ ਰਿਸਪੈਕਟਫੁਲੀ ਤਰੀਕੇ ਦੇ ਨਾਲ, ਸਤਿਕਾਰਤ ਤਰੀਕੇ ਦੇ ਨਾਲ ਮੈਨੂੰ ਮੇਰਾ ਪਹਿਲਾ ਵਿਭਾਗ, ਪਹਿਲਾ ਪੋਰਟਫੋਲੀਓ ਸਥਾਨਕ ਸਰਕਾਰਾਂ ਵਿਭਾਗ ਵਾਲਾ ਉਹ ਵਾਪਸ ਕੀਤਾ ਜਾਵੇ। ਤੇ ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਇਹਨਾਂ 3 ਗੱਲਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਰਜ਼ਾਮੰਦ ਨਹੀਂ। ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ ਇੱਕ ਅਹੁਦਾ ਪਹਿਲਾਂ ਹੀ ਸਿੱਧੂ ਵਾਸਤੇ ਖਾਲੀ ਰੱਖਿਆ ਪਿਆ, ਤੇ ਇਹਦਾ ਮਤਲਬ ਇਹ ਆ ਕੋਈ ਬਿਜਲੀ ਮਹਿਕਮਾ ਹੀ ਆ, ਬਾਕੀ ਤਾਂ ਸਾਰੇ ਅਹੁਦੇ ਫੁੱਲ ਹੈਗੇ ਆ, ਜਾਂ ਖੇਤੀਬਾੜੀ ਮਹਿਕਮਾ ਜਿਹੜਾ ਕੈਪਟਨ ਸਾਹਿਬ ਦੇ ਕੋਲੇ ਆ, ਇੱਕੜ ਦੁੱਕੜ ਹੋਰ ਹੋਣਗੇ ਵਿਭਾਗ। ਪਰ ਸਿੱਧੂ ਨੂੰ
ਖੇਤੀਬਾੜੀ ਮਹਿਕਮਾ ਤਾਂ ਦੇਣੋਂ ਰਹੇ, ਸ਼ਾਇਦ ਉਹਨਾਂ ਨੂੰ ਬਿਜਲੀ ਮਹਿਕਮਾ ਦੇਣ ਦੀ ਤਿਆਰੀ ਹੋਵੇ। ਸੋ ਇਹ ਜੇਕਰ ਸਿੱਧੂ ਹੋਰੀ ਮੰਨ ਜਾਂਦੇ ਬਿਜਲੀ ਮਹਿਕਮੇ ਦੇ ਉੱਤੇ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਵੀ 100 ਸਵਾਲ ਪੈਦਾ ਹੋਣੇ ਆ ਵੀ ਆਪਾਂ ਰੌਲਾ ਕਿਹੜੀ ਗੱਲੋਂ ਪਾਇਆ ਜੇਕਰ ਇਸੇ ਮਹਿਕਮੇ ਦੇ ਉੱਤੇ ਮੰਨਣਾ ਸੀ। ਪਰ ਸਿੱਧੂ ਨੂੰ ਆਪਣੀਆਂ ਸਰਗਰਮੀਆਂ ਘਟਾਉਣੀਆਂ ਨਹੀਂ ਸੀ ਚਾਹੀਦੀਆਂ। ਲੋਕਾਂ ਦੇ ਇੱਕ ਹਿੱਸੇ ਦੀ ਆਵਾਜ਼ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਜਿਸ ਤਰੀਕੇ ਦੇ ਨਾਲ ਸਾਰੇ ਕੁਝ ਨੂੰ ਛੱਡ ਕੇ ਪੰਜਾਬ ਦੇ ਨਾਲੋਂ ਵੀ ਨਾਤਾ ਜਾਂ ਤੋੜ ਕੇ ਸਰਗਰਮੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾਣ ਦੀ ਥਾਂ ਦੇ ਉੱਤੇ ਆਪਣੇ ਹਲਕੇ ਤੱਕ ਸੀਮਿਤ ਰੱਖ ਲਈ ਹੈ ਕਿ ਉਹ ਸਿਰਫ ਉਦੋਂ ਹੀ ਲੋਕਾਂ ਦਾ ਮੁੱਦਾ ਚੁੱਕਣਗੇ ਜਦੋਂ ਉਹ ਮੰਤਰੀ ਹੁੰਦੇ ਆ, ਜਾਂ ਉਹ ਬਿਨਾਂ ਮੰਤਰੀ ਹੁੰਦੇ ਸਿਰਫ ਵਿਧਾਇਕ ਦੇ ਨਾਤੇ ਵੀ ਬਾਕੀ ਵੱਖ-ਵੱਖ ਪੰਜਾਬ ਦੇ ਹਿੱਸਿਆਂ ਦੇ ਮੁੱਦੇ ਚੁੱਕ ਸਕਦੇ ਆ। ਸੋ ਵਕਤ ਦੱਸੂਗਾ ਵੀ ਸਿੱਧੂ ਹੋਰਾਂ ਦਾ ਕੀ ਬਣਦਾ ਹੈ। ਪਰ ਜਿਸ ਤਰੀਕੇ ਦੇ ਨਾਲ ਕੈਪਟਨ ਹੋਰਾਂ ਨੇ ਗੱਲ ਕਹੀ ਹੈ ਕਿ ਉਹ ਵਜ਼ਾਰਤ ਦੇ ਵਿੱਚ ਆ ਜਾਣ, ਚਾਹੁੰਦੇ ਆ ਤਾਂ ਹਾਈ ਕਮਾਨ ਨਾਲ ਗੱਲ ਕਰਨ, ਅਹੁਦਾ ਇੱਕ ਉਹਨਾਂ ਦਾ ਖਾਲੀ ਪਿਆ। ਇਸ ਮਾਮਲੇ ਦੇ ਉੱਤੇ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੋਏ ਆ। ਵੈਸੇ ਵੀ ਆਪਾਂ ਜਾਣਦੇ ਹਾਂ ਕਿ ਭਾਰਤ ਦੇ ਵਿੱਚ ਕਾਂਗਰਸ ਕਿੱਥੇ ਤੇ ਕਿੰਨੀ ਕੁ ਕਾਮਯਾਬ ਆ। ਕੁਝ ਕੁ ਸੂਬੇ ਆ ਜਿਹਦੇ ਵਿੱਚ ਇੱਕ ਪੰਜਾਬ ਆ ਜਿੱਥੇ ਕਿ ਕਾਂਗਰਸ ਦੀ ਸਰਕਾਰ ਬਹੁਮਤ ਦੇ ਨਾਲ ਹੈਗੀ ਆ। ਕਈ ਥਾਵਾਂ ਦੇ ਉੱਤੇ ਕਾਂਗਰਸ ਕੋਲੋਂ ਸਰਕਾਰ ਖੋਲੀ ਹੈ, ਕਈ ਥਾਵਾਂ ਦੇ ਉੱਤੇ ਸਰਕਾਰ ਹਾਲੇ ਜੂਝ ਰਹੀ ਹੈ, ਕਈ ਥਾਵਾਂ ਦੇ ਉੱਤੇ ਕਾਂਗਰਸ ਆ ਜਿਹੜੀ ਉਹ ਕਿਸੇ ਹੋਰ ਪਾਰਟੀ ਨੂੰ ਸਮਰਥਨ ਦੇ ਕੇ ਤੇ ਮਾੜਾ ਮੋਟਾ ਆਪਣਾ ਮਾਣ ਸਨਮਾਨ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਪੰਜਾਬ ਦੇ ਵਿੱਚ ਸਿੱਧੂ ਦੇ ਨਾਲ ਵੀ ਇੱਕ ਧੜਾ ਜੁੜਿਆ ਹੋਇਆ ਜਿਹੜਾ ਕਿ ਸਿੱਧੂ ਦੇ ਹੱਕ ਦੇ ਵਿੱਚ ਬੋਲਦਾ। ਕਦੇ ਖਬਰਾਂ ਇਹ ਆਉਂਦੀਆਂ ਕਿ ਸਿੱਧੂ ਆਮ ਆਦਮੀ ਪਾਰਟੀ ਵੱਲ ਜਾਊ, ਪਰ ਜੇਕਰ ਉਧਰ ਜਾਊ ਤਾਂ ਫਿਰ ਮੁੱਖ ਮੰਤਰੀ ਦੇ ਅਹੁਦੇਦਾਰ ਪਹਿਲਾਂ ਬਹੁਤ ਉੱਥੇ ਬੈਠੇ ਆ। ਕਦੇ ਖਬਰਾਂ ਆਉਂਦੀਆਂ ਜੀ ਕਿ ਕਿਸਾਨ ਭਾਈਚਾਰੇ ਨਾਲ ਜੁੜ ਕੇ ਇੱਕ ਨਵੀਂ ਪਾਰਟੀ ਬਣਾਊ, ਕਦੇ ਖਬਰ ਆਉਂਦੀ ਹੈ ਜੀ ਕਿ ਉਹ ਫਲਾਣੀ ਪਾਰਟੀ ਵੱਲ ਜਾਊ। ਇਹ ਸਾਰੀਆਂ ਗੱਲਾਂ ਲੋਕਾਂ ਦੇ ਦਿਲੋਂ ਦਿਮਾਗ ਦੇ ਵਿੱਚ ਆਪੇ ਪੈਦਾ ਹੋਈਆਂ। ਇਹਨਾਂ ਦੇ ਵਿੱਚ ਸੱਚਾਈ ਕਿੰਨੀ ਨਹੀਂ ਇਹ ਆਉਂਦੇ ਸਮੇਂ 'ਚ ਪਤਾ ਲੱਗ ਜਾਣਾ। ਪਰ ਇਸ ਗੱਲ ਦੀ ਆਸ ਕੀਤੀ ਜਾ ਰਹੀ ਹੈ ਵੀ ਜੇਕਰ ਸਿੱਧੂ ਵਜ਼ਾਰਤ ਦੇ ਵਿੱਚ ਆਉਣਾ ਮੰਨ ਜਾਂਦੇ ਆ, ਜੇਕਰ ਉਹ ਕਿਸੇ ਵੀ ਮੋੜ ਦੇ ਉੱਤੇ ਕੰਪਰੋਮਾਈਜ਼ ਕਰ ਲੈਂਦੇ ਆ, ਰੱਦੋ ਬਦਲ ਪੰਜਾਬ ਦੀ ਵਜ਼ਾਰਤ ਦੇ ਵਿੱਚ ਹੋਣਾ ਕੁਦਰਤੀ ਹੈ। ਕੁਝ ਕੁ ਲੋਕਾਂ ਦੇ ਹੋ ਸਕਦਾ ਅਹੁਦੇ ਬਦਲ ਦਿੱਤੇ ਜਾਣ, ਇੱਕ ਤੋਂ ਦੂਜੇ ਤੱਕ, ਦੂਜੇ ਤੋਂ ਤੀਜੇ ਤੱਕ ਵਿਭਾਗ ਦੇ ਵਿੱਚ ਬਦਲੀ ਹੋ ਜਾਵੇ। ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਲਗਭਗ 16 ਮਹੀਨੇ ਦੇ ਵਕਫੇ ਤੋਂ ਬਾਅਦ 2 ਦਿਨ ਦੇ ਲਈ ਭਾਰਤ ਤੋਂ ਬਾਹਰ ਗਏ, ਯਾਨੀ ਕਿ ਬੰਗਲਾਦੇਸ਼ ਗਏ ਨੇ। ਉਹਨਾਂ ਨੇ ਬੰਗਲਾਦੇਸ਼ ਦੇ ਵਿੱਚ 2 ਦਿਨ ਲਾਉਣੇ ਆ ਤੇ ਉਸ ਤੋਂ ਬਾਅਦ ਉਹ ਭਾਰਤ ਦੇ ਵਿੱਚ ਵਾਪਸ ਮੁੜ ਆਉਣਗੇ। ਉਹ 16 ਮਹੀਨੇ ਭਾਰਤ ਦੇ ਵਿੱਚ ਰਹੇ ਆ ਕਰੋਨਾ ਮਹਾਮਾਰੀ ਦੇ ਕਰਕੇ। 17 ਦੇ ਵਿੱਚ ਉਹਨਾਂ ਨੇ ਲਗਭਗ 181 ਦਿਨ ਇੱਕ ਸਾਲ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਬਸਰ ਕੀਤੇ ਸੀ, ਵਿਦੇਸ਼ਾਂ ਦੇ ਵਿੱਚ ਉਹਨਾਂ ਨੇ ਗੇੜੇ ਲਾਏ ਸੀਗੇ। ਪਰ ਹੁਣ 1 ਸਾਲ ਤੋਂ ਵੱਧ ਸਮਾਂ ਹੋ ਗਿਆ, ਮਜਬੂਰੀ ਇਹੋ ਜਿਹੀ ਬਣ ਗਈ ਉਹ ਕਿਤੇ ਜਾ ਨਹੀਂ ਸਕੇ। ਉਹ ਕਹਿੰਦੇ ਭਾਰਤ ਦੇ ਮਸਲੇ ਬਹੁਤ ਵੱਡੇ ਆ, ਪਰ ਜਹਾਜ਼ ਵੀ ਨਹੀਂ ਚੱਲਦੇ ਸੀ। ਦੂਜੀ ਵੱਡੀ ਗੱਲ ਇਹ ਆ ਕਿ ਜਦੋਂ ਉਹ ਢਾਕਾ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਕੁਝ ਕੁ ਗੱਲਾਂ ਕਹੀਆਂ, ਕਿਉਂਕਿ ਉੱਥੇ ਬੰਗਲਾਦੇਸ਼ ਦੀ ਆਜ਼ਾਦੀ ਦੇ 50 ਵਰ੍ਹੇ ਪੂਰੇ ਹੋਏ ਆ। ਉਹਨਾਂ ਨੇ ਕਿਹਾ ਕਿ 20-22 ਸਾਲ ਦੀ ਉਮਰ ਦੇ ਵਿੱਚ ਮੈਂ ਵੀ ਇਸ ਅੰਦੋਲਨ ਦੇ ਵਿੱਚ, ਬੰਗਲਾਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਹਿੱਸਾ ਲਿਆ ਤੇ ਮੈਨੂੰ ਇਸ ਗੱਲ ਦਾ ਮਾਣ ਆ ਕਿ ਮੈਂ ਵੀ ਇਹਦਾ ਹਿੱਸਾ ਬਣਿਆ ਰਿਹਾ, ਇਸੇ ਕਰਕੇ ਮੈਂ ਇੱਥੇ ਪਹੁੰਚਿਆ। ਉਸ ਤੋਂ ਅਗਲੀ ਗੱਲ ਇਹ ਹੈਗੀ ਆ ਕਿ ਯੂਪੀ ਦਾ ਇੱਕ ਖਤਰਨਾਕ ਗੈਂਗਸਟਰ ਜਿਹਨੂੰ ਮੁਖਤਾਰ ਅੰਸਾਰੀ ਕਹਿੰਦੇ ਆ, ਜਿਹਦੇ ਉੱਤੇ 1 ਦਰਜਨ ਤੋਂ ਵੱਧ ਪਰਚੇ ਦਰਜ ਆ ਵੱਖ-ਵੱਖ ਤਰ੍ਹਾਂ ਦੇ, ਉਹਨੂੰ ਇਸ ਵਕਤ ਪੰਜਾਬ ਦੀ ਰੋਪੜ ਦੀ ਜੇਲ੍ਹ ਦੇ ਵਿੱਚ ਰੱਖਿਆ ਹੋਇਆ। ਬਿਕਰਮ ਸਿੰਘ ਮਜੀਠੀਆ ਨੇ ਕਈ ਵਾਰ ਇਸ ਮੁੱਦੇ ਨੂੰ ਚੁੱਕਿਆ ਵੀ ਮੁਖਤਾਰ ਅੰਸਾਰੀ ਨੂੰ VIP ਸਹੂਲਤਾਂ ਕਿਹੜੀ ਗੱਲੋਂ ਮਿਲਦੀਆਂ। ਸੁਖਜਿੰਦਰ ਸਿੰਘ ਰੰਧਾਵਾ ਇਹ ਗੱਲ ਕਹਿੰਦੇ ਕਿ ਕੋਈ VIP ਸਹੂਲਤ ਨਹੀਂ, ਜੋ ਨਿਯਮਾਂ ਦੇ ਮੁਤਾਬਕ ਬਾਕੀ ਕੈਦੀਆਂ ਨੂੰ ਮਿਲਦਾ ਉਹੀ ਅੰਸਾਰੀ ਨੂੰ ਮਿਲਦਾ। ਪਰ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਪੰਜਾਬ ਦੀ ਸਰਕਾਰ ਮੁਖਤਾਰ ਅੰਸਾਰੀ ਨੂੰ ਉਧਰ ਨਹੀਂ ਸੀ ਜਾਣ ਦਿੰਦੀ ਯੂਪੀ ਦੇ ਵਿੱਚ, ਕਿਉਂਕਿ ਕਈ ਵਾਰ ਯੂਪੀ ਦੀ ਪੁਲਿਸ ਉਹਨੂੰ ਲੈਣ ਦੇ ਵਾਸਤੇ ਇੱਧਰ ਆਈ, ਪਰ ਕਦੇ ਤਾਂ ਉਹਦੀ ਰੀੜ੍ਹ ਦੀ ਹੱਡੀ ਦੇ ਵਿੱਚ ਸਮੱਸਿਆ, ਕਦੇ ਉਹਨੂੰ ਡਿਪਰੈਸ਼ਨ ਦੀ ਸਮੱਸਿਆ, ਕਦੇ ਉਹਨੂੰ ਕੋਈ ਸ਼ੂਗਰ ਦੀ ਸਮੱਸਿਆ, ਕਦੇ ਕੋਈ ਸਮੱਸਿਆ ਤੇ ਅੰਸਾਰੀ ਆਪ ਕਹਿੰਦਾ ਕਿ ਯੂਪੀ ਦੇ ਵਿੱਚ ਮੇਰੀ ਜਾਨ ਦਾ ਖਤਰਾ। ਪਰ ਹੁਣ ਸੁਪਰੀਮ ਕੋਰਟ ਦੇ ਵੱਲੋਂ ਕਾਟਾ ਫੇਰ ਦਿੱਤਾ ਗਿਆ ਸਾਰੀਆਂ ਗੱਲਾਂ ਦੇ ਉੱਤੇ। ਇਹ ਗੱਲ ਕਹੀ ਹੈ ਕਿ 2 ਹਫ਼ਤਿਆਂ ਦੇ ਅੰਦਰ ਪੰਜਾਬ ਦੀ ਪੁਲਿਸ ਯੂਪੀ ਦੀ ਪੁਲਿਸ ਦੇ ਹਵਾਲੇ ਮੁਖਤਾਰ ਅੰਸਾਰੀ ਨੂੰ ਕਰੇ ਤੇ ਬਾਕੀ ਸਾਰੀਆਂ ਗੱਲਾਂ ਖਤਮ। ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਬਾਅਦ ਵਿੱਚ ਕਰਾਂਗੇ ਟਿੱਪਣੀ। ਸੁਪਰੀਮ ਕੋਰਟ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਗੈਂਗਸਟਰ ਤੋਂ ਨੇਤਾ ਬਣੇ ਮੁਖਤਾਰ ਅੰਸਾਰੀ ਨੂੰ ਪੰਜਾਬ ਤੋਂ ਉੱਤਰ ਪ੍ਰਦੇਸ਼ ਦੇ ਬਾਂਦਾ ਦੀ ਜੇਲ੍ਹ ਦੇ ਵਿੱਚ ਟਰਾਂਸਫਰ ਕਰਨ ਦਾ ਹੁਕਮ ਸੁਣਾਇਆ। ਪੰਜਾਬ ਸਰਕਾਰ ਨੂੰ 2 ਹਫ਼ਤਿਆਂ ਦੇ ਵਿੱਚ ਮੁਖਤਾਰ ਅੰਸਾਰੀ ਨੂੰ ਯੂਪੀ ਸਰਕਾਰ ਨੂੰ ਸੌਂਪਣਾ ਪਵੇਗਾ। ਇਸ ਦੇ ਨਾਲ ਹੀ ਅਦਾਲਤ ਫੈਸਲਾ ਕਰੇਗੀ ਕਿ ਅੰਸਾਰੀ ਨੂੰ ਕਿਹੜੀ ਜੇਲ੍ਹ ਦੇ ਵਿੱਚ ਰੱਖਣਾ ਚਾਹੀਦਾ। ਅੰਸਾਰੀ ਜਨਵਰੀ 2019 ਤੋਂ ਪੰਜਾਬ ਦੇ ਵਿੱਚ ਰੂਪਨਗਰ ਜ਼ਿਲ੍ਹਾ ਜੇਲ੍ਹ ਦੇ ਵਿੱਚ ਬੰਦ ਹੈ, ਜਿੱਥੇ ਉਸ ਨੂੰ ਜਬਰੀ ਵਸੂਲੀ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ। ਯੂਪੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਤੇ ਕਿਹਾ ਕਿ ਅੰਸਾਰੀ ਦੀ ਅਣਹੋਂਦ ਕਰਕੇ ਯੂਪੀ ਦੇ ਵਿੱਚ ਮੁਕੱਦਮੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਮੁਖਤਾਰ ਅੰਸਾਰੀ ਦੇ ਉੱਤੇ ਯੂਪੀ ਦੇ ਵਿੱਚ ਦਰਜਨਾਂ ਅਪਰਾਧਿਕ ਕੇਸ ਦਰਜ ਨੇ। ਇੱਥੇ ਸਾਰੇ ਕੇਸ ਰਾਜ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਲਟਕੇ ਰਹੇ ਨੇ, ਪਰ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਅੰਸਾਰੀ ਪੇਸ਼ ਨਹੀਂ ਹੋ ਰਿਹਾ। ਮੁਖਤਾਰ ਨੇ ਅਦਾਲਤ ਨੂੰ ਕਿਹਾ ਸੀ ਕਿ ਯੂਪੀ ਦੀ ਜੇਲ੍ਹ ਦੇ ਵਿੱਚੋਂ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਉਸ ਦੀ ਜਾਨ ਦਾ ਖਤਰਾ ਹੈ। ਪੰਜਾਬ ਸਰਕਾਰ ਨੇ ਮੁਖਤਾਰ ਦੇ ਸਮਰਥਨ ਦੇ ਵਿੱਚ ਕਿਹਾ ਸੀ ਕਿ ਉਹਦੀ ਸਿਹਤ ਚੰਗੀ ਨਹੀਂ, ਇਸ ਲਈ ਉਸ ਨੂੰ ਪੰਜਾਬ ਤੋਂ ਬਾਹਰ ਤਬਦੀਲ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਨੇ ਮੁਖਤਾਰ ਅੰਸਾਰੀ ਨੂੰ ਭੇਜਣ ਦਾ ਆਦੇਸ਼ ਦੇ ਦਿੱਤਾ। ਪੰਜਾਬ ਸਰਕਾਰ ਨੇ ਰੂਪਨਗਰ ਜੇਲ੍ਹ ਦੇ ਵਿੱਚ ਬੰਦ ਮੁਖਤਾਰ ਅੰਸਾਰੀ ਨੂੰ ਯੂਪੀ ਸਰਕਾਰ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਹੁਣ ਹਲਫਨਾਮਾ ਦਾਖਲ ਕੀਤਾ ਗਿਆ ਤੇ ਉਸ ਤੋਂ ਬਾਅਦ ਸਾਰੀ ਬਾਜ਼ੀ ਪਲਟੀ ਹੋਈ ਨਜ਼ਰ ਆ ਰਹੀ ਹੈ।
ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਮੁਖਤਾਰ ਅੰਸਾਰੀ ਦੇ ਬਾਬਤ ਖਬਰਾਂ ਆਉਂਦੀਆਂ ਰਹੀਆਂ ਕਿ ਉਹਨੂੰ ਜੇਲ੍ਹ ਦੇ ਵਿੱਚ ਸਹੂਲਤਾਂ ਕਾਫੀ ਮਿਲਦੀਆਂ ਰਹੀਆਂ। ਇਹ ਸਹੂਲਤਾਂ ਕਿਹਦੇ ਪੈਸੇ ਨਾਲ ਮਿਲਦੀਆਂ? ਪੰਜਾਬ ਦੇ ਲੋਕਾਂ ਦੇ ਪੈਸੇ ਨਾਲ, ਟੈਕਸ ਦੇ ਪੈਸੇ ਨਾਲ। ਤੇ ਜੇਕਰ ਬਾਕੀ ਕੈਦੀਆਂ ਨੂੰ ਸਹੂਲਤਾਂ ਨਿਗੂਣੀਆਂ ਮਿਲਦੀਆਂ ਜਾਂ ਜਿਹੜੀਆਂ ਵੀ ਸਧਾਰਨ ਮਿਲਦੀਆਂ, ਉਹਦੇ ਤੋਂ ਵੱਖਰੀ ਕਿਸੇ ਵੀ ਨੇਤਾ ਨੂੰ, ਕਿਸੇ ਵੀ ਗੈਂਗਸਟਰ ਨੂੰ, ਕਿਸੇ ਵੀ ਆਮ ਖਾਸ ਬੰਦੇ ਨੂੰ ਸਹੂਲਤ ਮਿਲਦੀ ਹੈ, ਇਹ ਵੀ ਲੋਕਾਂ ਦੇ ਨਾਲ ਇੱਕ ਗਦਾਰੀ ਹੈ। ਜੇਕਰ ਇਹ ਦੋਸ਼ ਸਹੀ ਹੈ ਜਿਵੇਂ ਕਿ ਮਜੀਠੀਆ ਹੋਰਾਂ ਨੇ ਸਮੇਂ-ਸਮੇਂ ਦੇ ਉੱਤੇ ਲਾਏ ਆ, ਤਾਂ ਇਹ ਬਹੁਤ ਮੰਦੜੀ ਗੱਲ ਹੈ। ਦੂਜੀ ਗੱਲ ਇਹ ਹੈ ਕਿ ਯੂਪੀ ਦੀ ਪੁਲਿਸ ਆ ਜਿਹੜੀ ਉਹ ਇਸ ਬੰਦੇ ਨੂੰ ਵਾਪਸ ਲਿਜਾਣਾ ਚਾਹੁੰਦੀ ਹੈ, ਤਾਂ ਉਹ ਕਿਹੜੀਆਂ ਮਜਬੂਰੀਆਂ ਤੇ ਕਿਹੜੇ ਕਾਰਨ ਜਿਹਦੇ ਕਰਕੇ ਸੂਬੇ ਦੇ ਵੱਲੋਂ, ਪੰਜਾਬ ਦੇ ਵੱਲੋਂ ਉਹਨੂੰ ਵਾਪਸ ਨਹੀਂ ਸੀ ਭੇਜਿਆ ਜਾ ਰਿਹਾ, ਇਹ ਵੀ ਇੱਕ ਬੜਾ ਵੱਡਾ ਸਵਾਲ ਹੈਗਾ। ਸੋ ਹੁਣ ਉਹ ਵੇਲਾ ਆ ਗਿਆ ਜਦੋਂ ਕਿ ਮੁਖਤਾਰ ਅੰਸਾਰੀ ਨੂੰ 2 ਹਫ਼ਤੇ ਦੇ ਵਿੱਚ ਯੂਪੀ ਦੀ ਪੁਲਿਸ ਦੇ ਹਵਾਲੇ ਕਰਨਾ ਪਊਗਾ ਤੇ ਉੱਥੋਂ ਵਾਲੇ ਕੇਸਾਂ ਦੇ ਵਿੱਚ ਕੀ ਬਣਦਾ ਉਹਦੇ ਬਾਬਤ ਆਪਾਂ ਕੁਝ ਕਹਿ ਨਹੀਂ ਸਕਦੇ। ਪਰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕੰਮਕਾਜ ਦਰੁਸਤ ਕੀਤਾ ਜਾ ਰਿਹਾ। ਸੁਖਜਿੰਦਰ ਸਿੰਘ ਰੰਧਾਵਾ ਨੇ ਸਮੇਂ-ਸਮੇਂ ਦੇ ਉੱਤੇ ਗੱਲ ਕਹੀ ਆ। ਪਿਛਲੇ ਦਿਨੀਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜੇਲ੍ਹਾਂ ਦੇ ਵਿੱਚ ਕਿੱਤਾ ਮੁਖੀ ਗੱਲਾਂ ਕੀਤੀਆਂ ਜਾ ਰਹੀਆਂ। ਇੱਥੇ ਬਿਸਕੁਟ ਬਣਾਉਣ ਦੇ ਜਿਹੜੇ ਉਹ ਤਰੀਕੇ ਚੱਲ ਰਹੇ ਆ, ਇੱਥੇ ਬਾਕੀ ਕੰਮਕਾਜ ਚੱਲ ਰਹੇ ਆ। ਹੁਣ ਤਾਂ ਜੇਲ੍ਹ ਦੇ ਕੈਦੀ ਪੈਟਰੋਲ ਪੰਪ ਵੀ ਚਲਾਉਣਗੇ ਤਾਂ ਜੋ ਉਹ ਜੇਲ੍ਹ ਦੇ ਵਿੱਚੋਂ ਜਦੋਂ ਬਾਹਰ ਆ ਗਏ ਤਾਂ ਉਸ ਤੋਂ ਬਾਅਦ ਉਹ ਆਪਣਾ ਸਵੈ ਕਿੱਤਾ ਸ਼ੁਰੂ ਕਰ ਸਕਣ, ਸਵੈ ਰੁਜ਼ਗਾਰ ਸ਼ੁਰੂ ਕਰ ਸਕਣ ਤੇ ਉਹਨਾਂ ਨੂੰ 1 ਲੱਖ ਰੁਪਏ ਦਾ ਜਿਹੜੀ ਆ ਉਹ ਕਰਜ਼ਾ ਵੀ ਮਿਲਿਆ ਕਰੂਗਾ। ਇੱਦਾਂ ਦੀਆਂ ਸਹੂਲਤਾਂ ਹੈਗੀਆਂ। ਬਾਕੀ ਵਕਤ ਦੱਸੂਗਾ ਵੀ ਕੀ ਬਣਦਾ ਤੇ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਆ ਉਹ ਕੀ ਸਿੱਖ ਕੇ ਬਾਹਰ ਆਉਂਦੇ ਆ ਤੇ ਬਾਹਰ ਆ ਕੇ ਉਹ ਕਿਹੋ ਜਿਹਾ ਕੰਮਕਾਜ ਕਰਦੇ ਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।